ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਕੋਰੋਨਾ ਨੂੰ ਲੈ ਕੇ ਬੜੇ ਸਾਰੇ ਲੋਕਾਂ ਦੇ ਮਨ ਦੇ ਵਿੱਚ ਬੜੇ ਸਾਰੇ ਸਵਾਲ ਸੀਗੇ, ਬੜੇ ਸਾਰੇ ਭਰਮ ਭੁਲੇਖੇ ਵੀ ਨੇ, ਬੜੀਆਂ ਸਾਰੀਆਂ ਅਫਵਾਹਾਂ ਵੀ ਨੇ। ਉਹ ਸਾਰੀਆਂ ਅਫਵਾਹਾਂ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਔਰ ਮੌਜੂਦਾ ਸਥਿਤੀ ਪੰਜਾਬ ਦੀ ਕੀ ਹੈ ਇਹ ਦੱਸਣ ਦੇ ਲਈ ਅੱਜ ਖਾਸ ਪ੍ਰੋਗਰਾਮ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ। ਕਿਉਂਕਿ ਕਈ ਲੋਕ ਕਹਿ ਰਹੇ ਨੇ ਕਿ ਕਰੋਨਾ ਹੈ ਹੀ ਨਹੀਂ ਹੈ, ਇਹ ਜਾਣ ਕੇ ਹਊਆ ਪੈਦਾ ਕੀਤਾ ਜਾ ਰਿਹਾ। ਕਈ ਲੋਕ ਬੜੇ ਗੰਭੀਰ ਨੇ ਇਸ ਵਿਸ਼ੇ ਨੂੰ ਲੈ ਕੇ ਕਿ ਕਰੋਨਾ ਕਦੇ ਗਿਆ ਹੀ ਨਹੀਂ ਹੈ। ਸਰਕਾਰ ਅਵੇਸਲੀ ਹੋਈ, ਲੋਕ ਵੀ ਅਵੇਸਲੇ ਹੋ ਗਏ, ਇਸ ਕਰਕੇ ਹੁਣ ਸੰਤਾਪ ਭੁਗਤਣਾ ਪੈ ਰਿਹਾ। ਲਗਾਤਾਰ ਕੇਸਿਸ ਵੱਧ ਰਹੇ ਨੇ ਔਰ ਮੌਤ ਦਰ ਵੱਧ ਰਹੀ ਹੈ। ਪੂਰੇ ਭਾਰਤ ਵਿੱਚ ਅੰਕੜੇ ਦੱਸਦੇ ਨੇ ਕਿ ਪੂਰੇ ਭਾਰਤ ਵਿੱਚ ਸਭ ਤੋਂ ਵੱਧ ਮੌਤ ਦਰ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਹੈਗੀ ਹੈ। ਕਿਉਂ ਇਹ ਮੌਤ ਦਰ ਵਧੀ ਹੋਈ ਹੈ? ਪੰਜਾਬ ਸਰਕਾਰ ਦੇ ਆਉਣ ਵਾਲੇ ਕੀ ਪਲੈਨਿੰਗ ਨੇ ਇਹਨਾਂ ਸਾਰੇ ਨਤੀਜਿਆਂ ਨੂੰ ਭੁਗਤਣ ਦੇ ਲਈ? ਕੀ ਅਸੀਂ ਤਿਆਰ ਹਾਂ? ਕੀ ਅਸੀਂ ਹੋਰ ਕੋਈ ਕਾਰਵਾਈ ਕਰ ਰਹੇ ਹਾਂ? ਕੀ ਪ੍ਰਬੰਧ ਨੇ ਸਾਡੇ? ਵੈਕਸੀਨ ਦੇ ਪ੍ਰਬੰਧ ਕੀ ਨੇ? ਕਿੰਨੇ ਕੁ ਪ੍ਰਾਈਵੇਟ ਹਸਪੀਟਲ ਤਿਆਰ ਨੇ? ਕਿੰਨੇ ਕੁ ਸਰਕਾਰੀ ਅਦਾਰੇ ਸਾਡੇ ਤਿਆਰ ਨੇ? ਇਹਨਾਂ तमाम ਸਵਾਲਾਂ ਦੇ ਜਵਾਬ ਲੈਣ ਦੇ ਲਈ ਸਾਡੇ ਨਾਲ ਇੱਕ ਖਾਸ ਮਹਿਮਾਨ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦੇ ਸਿਰ ਤੇ ਸਾਰਾ ਬੋਝ ਹੈਗਾ, ਜਿਨ੍ਹਾਂ ਦੇ ਮੋਢਿਆਂ ਤੇ ਸਾਰੀ ਜ਼ਿੰਮੇਵਾਰੀ ਹੈਗੀ ਹੈ, ਪੰਜਾਬ ਦੀ ਸਿਹਤ ਦੀ ਜ਼ਿੰਮੇਵਾਰੀ ਹੈਗੀ ਹੈ। ਡਾਕਟਰ ਗੁਰਵਿੰਦਰ ਸਿੰਘ ਡਾਇਰੈਕਟਰ ਨੇ ਹੈਲਥ ਡਿਪਾਰਟਮੈਂਟ ਪੰਜਾਬ ਦੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿੱਚ ਤੁਹਾਡਾ। ਜੀ 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 ਗੁਰਿੰਦਰਪੀਰ ਸਿੰਘ ਜੀ। ਜੀ 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 ਸਰ। ਡਾਕਟਰ ਸਾਹਿਬ ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਕਿ ਮੌਜੂਦਾ ਸਥਿਤੀ ਦੇ ਵਿੱਚ ਤੁਸੀਂ ਪੰਜਾਬ ਨੂੰ ਕਿੱਥੇ ਖੜਿਆ ਮਹਿਸੂਸ ਕਰਦੇ ਹੋ? ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਬੜੇ ਸਾਰੇ ਲੋਕਾਂ ਦੇ ਵਿੱਚ ਭਰਮ ਭੁਲੇਖੇ ਵੀ ਨੇ, ਡਰ ਵੀ ਹੈ, ਬੜੇ ਸਾਰੇ ਸਵਾਲ ਵੀ ਨੇ। ਅੱਜ ਦੀ ਤਰੀਕ ਦੇ ਵਿੱਚ ਪੰਜਾਬ ਕਿੱਥੇ ਖੜਿਆ? ਇੱਕ ਟਾਈਮ ਸੀ ਥੋੜ੍ਹੇ ਦਿਨ ਪਹਿਲਾਂ ਜਦੋਂ ਕਿ ਸਾਡੇ ਕੋਲ ਕੋਵਿਡ ਦੇ ਕੇਸਿਸ ਜਿਹੜੇ ਹੈਗੇ ਆ ਬਹੁਤ ਘਟ ਗਏ ਸੀ, ਲੇਕਿਨ ਉਸ ਤੋਂ ਬਾਅਦ ਕੁਝ ਹਾਲਾਤ ਇਹੋ ਜਿਹੇ ਬਣੇ ਕਿ ਸਾਡੇ ਜਿਹੜੇ ਕੋਵਿਡ ਦੇ ਕੇਸਿਸ ਜਿਹੜੇ ਹੈਗੇ ਉਹ ਸਡਨਲੀ ਵਧਣੇ ਸ਼ੁਰੂ ਹੋ ਗਏ। ਵਿਦ ਦਾ ਰਿਜ਼ਲਟ ਕਿ ਸਾਡੇ ਕੱਲ੍ਹ ਜਿਹੜੇ ਹੈਗੇ ਸਾਡੇ ਕੋਲ 1500 ਤੋਂ ਵੱਧ ਕੇਸਿਸ ਜਿਹੜੇ ਹੈਗੇ ਆ ਉਹ ਕੋਵਿਡ ਦੇ ਰਿਪੋਰਟ ਹੋਏ। ਇਹਦੇ ਵਿੱਚ ਮੈਂ ਸਮਝਦਾ ਕਿ ਸਾਡੇ ਕੁਝ ਲੋਕਾਂ ਦੀ ਅਣਗਹਿਲੀ, ਕੁਝ ਲੋਕਾਂ ਦੇ ਪੰਜਾਬੀ ਜਿਹੜੇ ਹੈਗੇ ਆ ਉਹ ਥੋੜ੍ਹੇ ਜਿਹੇ ਅਵੇਸਲੇ ਜਲਦੀ ਹੋ ਜਾਂਦੇ ਆ। ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਸ਼ਾਇਦ ਕਰੋਨਾ ਦੀ ਬਿਮਾਰੀ ਜਿਹੜੀ ਹੈਗੀ ਆ ਉਹ ਖਤਮ ਹੋ ਗਈ ਹੈ, ਜਦ ਕਿ ਅਜਿਹਾ ਨਹੀਂ ਸੀ। ਕਰੋਨਾ ਦੀ ਬਿਮਾਰੀ ਜਿਹੜੀ ਹੈਗੀ ਆ ਉਹ ਅਜੇ ਬਹੁਤ ਸਾਡੇ ਵਿੱਚ ਕਾਫੀ ਸੀ ਅਜੇ, ਹਾਲਾਂਕਿ ਕੇਸਿਸ ਬਹੁਤ ਘੱਟ ਗਏ ਸੀ। ਡਾਕਟਰ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਲੋਕਾਂ ਦੇ ਅਵੇਸਲੇ ਹੋਣ ਦਾ ਇੱਕ ਕਾਰਨ ਸਰਕਾਰ ਦਾ ਅਵੇਸਲਾ ਹੋਣਾ ਵੀ ਹੈ? ਜਿੰਨੀ ਸਖਤੀ ਸਰਕਾਰ ਦੀ ਰਹੀ ਹੈ, ਪਹਿਲਾਂ ਤਾਂ ਲੋਕ ਬੜੇ ਜਾਗਰੂਕ ਰਹੇ, ਸਖਤੀ ਦਾ ਪਾਲਣ ਵੀ ਹੁੰਦਾ ਰਿਹਾ। ਥੋੜੀ ਜਿਹੀ ਢਿੱਲ ਮੱਠ ਸਰਕਾਰ ਨੇ ਅਪਣਾਈ, ਉਹ ਤੋਂ ਕਈ ਗੁਣਾ ਵੱਧ ਢਿੱਲੇ ਲੋਕ ਹੋ ਗਏ। ਨਹੀਂ, ਸਰਕਾਰ ਨੇ ਕੋਈ ਢਿੱਲ ਨਹੀਂ ਦਿੱਤੀ ਹੈਗੀ। ਦੇਖੋ, 1 ਸਾਲ ਤੱਕ ਸਾਰੀ ਇਕਨੋਮਿਕ ਐਕਟੀਵਿਟੀ ਜਿਹੜੀ ਹੈਗੀ ਹੈ ਬੰਦ ਰੱਖਣੀ, ਉਹ ਵੀ ਬਹੁਤ ਵੱਡਾ ਇੰਪੈਕਟ ਸੀਗਾ। ਸੋ ਜਿਵੇਂ ਜਿਵੇਂ ਕੇਸਿਸ ਜਿਹੜੇ ਹੈਗੇ ਘਟਦੇ ਗਏ, ਜਿਵੇਂ ਜਿਵੇਂ ਸਾਡੀ ਤਿਆਰੀ ਜਿਹੜੀ ਹੈਗੀ ਹੈ ਉਹ ਵੱਧਦੀ ਗਈ, ਅਸੀਂ ਇਕਨੋਮਿਕ ਐਕਟੀਵਿਟੀ ਨੂੰ ਇੰਪਰੂਵ ਕਰਨ ਵਾਸਤੇ ਸਰਕਾਰ ਨੇ ਕੁਝ ਫੈਸਲੇ ਲਏ ਔਰ ਉਹਦੇ ਨਾਲ ਇਹਦੀ ਕੋਈ ਸ਼ੱਕ ਨਹੀਂ ਹੈਗਾ ਕਿ ਸਾਨੂੰ ਬੈਨੀਫਿਟ ਵੀ ਹੋਇਆ। ਸਾਡੇ ਕੇਸਿਸ ਜਿਹੜੇ ਹੈਗੇ ਆ ਉਹ ਲਗਾਤਾਰ ਘਟ ਰਹੇ ਸੀ। ਲੇਕਿਨ ਹੁਣ ਜਦੋਂ ਵਿਆਹਾਂ ਸ਼ਾਦੀਆਂ ਦੇ ਵਿੱਚ, ਰਿਲੀਜੀਅਸ ਫੰਕਸ਼ਨਸ ਦੇ ਉੱਪਰ ਜਦੋਂ ਲੋਕੀ ਬਾਹਰ ਨਿਕਲੇ ਘਰਾਂ ਤੋਂ, ਤਾਂ ਸਰਕਾਰ ਨੇ ਇਹ ਤਾਂ ਕਦੇ ਨਹੀਂ ਸੀ ਕਿਹਾ ਕਿ ਤੁਸੀਂ ਮਾਸਕ ਨਾ ਪਾਓ। ਸਰਕਾਰ ਨੇ ਇਹ ਕਦੇ ਨਹੀਂ ਕਿਹਾ ਕਿ ਤੁਸੀਂ ਆਪਣੇ ਹੱਥ ਜਿਹੜੇ ਹੈਗੇ ਉਹ ਬਾਰ-ਬਾਰ ਨਾ ਧੋਵੋ, ਜਾਂ ਸਰਕਾਰ ਨੇ ਇਹ ਕਦੇ ਨਹੀਂ ਕਿਹਾ ਕਿ ਤੁਸੀਂ ਆਪਣੇ ਸੋਸ਼ਲ ਡਿਸਟੈਂਸਿੰਗ ਜਿਹਦੀ ਆਪਾਂ ਗੱਲ ਕਰਦੇ ਆ ਰਹੇ ਹਾਂ ਪਿਛਲੇ ਆਲਮੋਸਟ 1 ਸਾਲ ਤੋਂ, ਕਿ ਉਹਨੂੰ ਖਤਮ ਕਰ ਦਿਓ ਬਿਲਕੁਲ। ਇਹ ਤਾਂ ਗੱਲਾਂ ਸਰਕਾਰ ਨੇ ਕਦੇ ਵੀ ਨਹੀਂ ਕਹੀਆਂ ਹੈਗੀਆਂ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਰਕਾਰ ਨੇ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਅਲਾਓ ਕੀਤੀਆਂ ਸੀ। ਠੀਕ ਹੈ ਡਾਕਟਰ ਸਾਹਿਬ, ਮੈਂ ਇੱਕ ਸਭ ਤੋਂ ਵੱਡਾ ਕਾਰਨ ਸਮਝਣਾ ਚਾਹੁੰਦਾ। ਅੱਜ ਦੀ ਤਰੀਕ ਦੇ ਵਿੱਚ ਜੇਕਰ ਕਰੋਨਾ ਦੇ ਲਗਾਤਾਰ ਕੇਸਿਸ ਵੱਧ ਰਹੇ ਨੇ, ਉਹਦਾ ਸਿੱਧਾ ਜ਼ਿੰਮੇਵਾਰ ਲੋਕ ਹੀ ਨੇ ਸਿਰਫ, ਜਿਨ੍ਹਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਨਹੀਂ ਰੱਖਿਆ। ਬਹੁਤ ਹੱਦ ਤੱਕ ਮੈਂ ਇਹੀ ਮੰਨੂਗਾ। ਜੇ ਅਸੀਂ ਜਾ ਕੇ ਕਿਸੇ ਵੀ ਵੱਡੇ ਸ਼ਹਿਰ ਦੀਆਂ ਜਾਂ ਈਵਨ ਛੋਟੇ ਸ਼ਹਿਰਾਂ ਦੀਆਂ ਵੀ ਜੇ ਅਸੀਂ ਬਾਜ਼ਾਰ ਦੇ ਵਿੱਚ ਜਾ ਕੇ ਦੇਖ ਲਈਏ, ਤਾਂ ਸਾਨੂੰ ਇਹੀ ਦਿਖਾਈ ਦਿੰਦਾ ਕਿ ਬਹੁਤੇ ਲੋਕ ਜਿਹੜੇ ਹੈਗੇ ਆ ਉਹ ਬਿਨਾਂ ਮਾਸਕ ਦੇ ਤੁਰੇ ਫਿਰਦੇ ਆ। ਔਰ ਕਿਸੇ ਵੀ ਅਸੀਂ ਵੱਡੇ ਸਟੋਰ ਚਲੇ ਜਾਈਏ, ਕਿਸੇ ਵੀ ਦੁਕਾਨ 'ਤੇ ਚਲੇ ਜਾਈਏ, ਦੁਕਾਨਾਂ ਦੇ ਅੰਦਰ ਭੀੜ ਜਿਹੜੀ ਹੈਗੀ ਆ ਉਹ ਪਹਿਲਾਂ ਵਾਂਗ ਹੀ ਚਲੀ ਜਾ ਰਹੀ ਹੈ, ਜਿਵੇਂ ਕਿ ਅੱਜ ਤੋਂ 1 ਸਾਲ ਤੋਂ ਪਹਿਲਾਂ ਸੀ। ਸੋ ਇਹ ਫੈਕਟਰਸ ਜਿਹੜੇ ਹੈਗੇ ਆ, ਇਹਨਾਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਇਹਨਾਂ ਚੀਜ਼ਾਂ ਨੇ ਸਾਡੇ ਵਿੱਚ ਕਰੋਨਾ ਦੀ ਜਿਹੜੀ ਬਿਮਾਰੀ ਜਿਹੜੀ ਹੈਗੀ ਆ ਉਹਨੂੰ ਫੈਲਣ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ। ਅੱਛਾ, ਫਿਰ ਹੁਣ ਡਾਕਟਰ ਸਾਹਿਬ ਆਪਾਂ ਕੀ ਕਰ ਰਹੇ ਹਾਂ? ਸਰਕਾਰ ਕੀ ਕਰ ਰਹੀ ਹੈ ਜਾਂ ਤੁਸੀਂ ਕੀ ਕਰ ਰਹੇ ਹੋ? ਕਿਉਂਕਿ ਤੁਸੀਂ ਇੱਕ ਕਾਰਨ ਮੰਨਦੇ ਹੋ ਕਿ ਲੋਕਾਂ ਦਾ ਅਵੇਸਲਾ ਹੋਣਾ ਹੈਗਾ। ਇਹਦਾ ਫਿਰ ਹੱਲ ਇਹੀ ਹੈ ਕਿ ਲੋਕਾਂ ਦੇ ਉੱਤੇ ਫਿਰ ਤੋਂ ਸਖਤੀ ਕਰ ਦਿੱਤੀ ਜਾਵੇ ਜਾਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇ? ਸਖਤੀ ਦੀ ਲੋੜ ਨਹੀਂ ਹੈਗੀ। ਮੈਂ ਇਹ ਸਮਝਦਾ ਕਿ ਸਾਡੇ ਲੋਕ ਜਿਹੜੇ ਹੈਗੇ ਪੰਜਾਬ ਦੇ ਲੋਕ ਬਹੁਤ ਪੜ੍ਹੇ ਲਿਖੇ ਲੋਕ ਹੈ
ਉਹਨਾਂ ਨੂੰ ਸਿਰਫ ਜਾਗਰੂਕਤਾ ਦੀ ਲੋੜ ਹੈ, ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਕਰੋਨਾ ਦੀ ਬਿਮਾਰੀ ਅਜੇ ਖਤਮ ਨਹੀਂ ਹੋਈ ਹੈਗੀ। ਸਾਨੂੰ ਅਜੇ ਵੀ ਜੋ ਅਸੀਂ ਇਹਤਿਆਤ ਪਿਛਲੇ 1 ਸਾਲ ਤੋਂ ਵਰਤ ਰਹੇ ਹਾਂ, ਉਹੀ ਇਹਤਿਆਤ ਕੁਝ ਦੇਰ ਤੱਕ ਹੋਰ ਵਰਤਣੇ ਪੈਣਗੇ। ਤਾਂ ਪਰ ਡਾਕਟਰ ਸਾਹਿਬ ਭਰੋਸਾ ਕਿਉਂ ਨਹੀਂ ਰਿਹਾ? ਭਰੋਸਾ ਕਿਉਂ ਨਹੀਂ ਰਿਹਾ? ਮੈਨੂੰ ਯਾਦ ਆ ਆਪਾਂ ਲਗਾਤਾਰ ਡਿਬੇਟਸ ਕਰਦੇ ਰਹੇ ਸੀਗੇ ਪਿਛਲੇ ਸਾਲ, ਮੈਂ ਤੁਹਾਨੂੰ ਵੀ ਲਾਈਵ ਲਿਆ ਸੀਗਾ। ਤੁਸੀਂ ਇੱਕ ਵਾਰ ਕੋਈ ਵੀ ਆਰਡਰ ਸਰਕਾਰ ਕਰਦੀ ਸੀ ਜਾਂ ਤੁਸੀਂ ਕਰਦੇ ਸੀ, ਲੋਕ ਇਨ ਬਿਨ ਮੰਨਦੇ ਸੀਗੇ। ਹੁਣ ਸਰਕਾਰ ਤੇ ਜਾਂ ਡਾਕਟਰੀ ਮਹਿਕਮੇ ਤੇ ਇੰਨਾ ਭਰੋਸਾ ਕਿਉਂ ਨਹੀਂ ਰਿਹਾ? ਲੋਕਾਂ ਦੀ ਬੇਭਰੋਸਗੀ ਦਾ ਕਾਰਨ ਨਹੀਂ, ਇਹਦੇ ਵਿੱਚ ਭਰੋਸੇ ਵਾਲੀ ਕੋਈ ਗੱਲ ਨਹੀਂ ਹੈਗੀ। ਇਹਦੇ ਵਿੱਚ ਜਦੋਂ ਸਰਕਾਰ ਨੇ ਕੁਝ ਹੱਦ ਤੱਕ ਖੁੱਲ੍ਹ ਦੇਣੀ ਸ਼ੁਰੂ ਕੀਤੀ ਤਾਂ ਲੋਕਾਂ ਨੇ ਇਹ ਸਮਝਿਆ ਕਿ ਕਰੋਨਾ ਦੀ ਬਿਮਾਰੀ ਜਿਹੜੀ ਹੈਗੀ ਉਹ ਖਤਮ ਹੋ ਗਈ, ਹੁਣ ਤਾਂ ਅਸੀਂ ਬਿਲਕੁਲ ਆਰਾਮ ਨਾਲ ਜੋ ਜੀ ਕਹੇ ਕਰ ਸਕਦੇ ਹਾਂ। ਸੋ ਇਹਦੇ ਵਿੱਚ ਸਰਕਾਰ ਦਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਵੱਲੋਂ ਕੋਈ ਅਵੇਸਲਾਪਣ ਹੋਇਆ ਹੈ। ਇਹਦੇ ਵਿੱਚ ਲੋਕਾਂ ਵੱਲੋਂ ਕੁਝ ਖੁੱਲ੍ਹ ਜਿਹੜੀ ਹੈਗੀ ਉਹ ਜ਼ਿਆਦਾ ਲੈ ਲਈ ਗਈ। ਮੈਂ ਇਹ ਸਮਝਦਾ ਕਿ ਲੋਕਾਂ ਨੇ ਜਦੋਂ ਅਸੀਂ ਕਿਹਾ ਕਿ ਹਾਂ ਠੀਕ ਹੈ ਮਾਲਸ ਖੋਲ੍ਹ ਦਿਓ ਜਾਂ ਸਿਨੇਮਾ ਹਾਊਸਿਸ ਕਿਹਾ ਕਿ ਹਾਂ ਠੀਕ ਹੈ ਉੱਥੇ ਫੁੱਲ ਕੈਪੈਸਿਟੀ ਨਾਲ ਚੱਲ ਸਕਦਾ ਹੈ, ਲੇਕਿਨ ਸਰਕਾਰ ਦਾ ਇਹਦਾ ਕੋਈ ਆਰਡਰ ਨਹੀਂ ਆਇਆ ਹੈਗਾ ਕਿ ਤੁਸੀਂ ਆਪਣੇ ਜਿਹੜੇ ਹੈਗੇ ਆ ਮਾਸਕ ਪਾਣੇ ਬਗੈਰ ਮਾਸਕ ਪਾਏ ਤੁਸੀਂ ਜਾ ਕੇ ਸਿਨੇਮਾ ਹਾਲ 'ਚ ਬੈਠ ਜਾਓ। ਇਹਦਾ ਕੋਈ ਆਰਡਰ ਨਹੀਂ ਆਇਆ, ਨਾ ਹੀ ਇਹ ਨਹੀਂ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਡਾਕਟਰ ਸਾਹਿਬ। ਪਰ ਜਦੋਂ ਵੀ ਕੋਈ ਫੈਸਲਾ ਸਰਕਾਰ ਕਰਦੀ ਹੈ ਉਹਦੇ ਪਿੱਛੇ ਲੌਜਿਕ ਤਾਂ ਲੋਕੀ ਦੇਖਦੇ ਹੀ ਨੇ ਨਾ। ਹੁਣ ਸਰਕਾਰ ਨੇ ਇਹ ਫੈਸਲਾ ਕੀਤਾ ਕਿ 100 ਤੋਂ ਵੱਧ ਤੁਹਾਡੀ ਗੈਦਰਿੰਗ ਨਹੀਂ ਹੋਣੀ ਚਾਹੀਦੀ, 200 ਤੋਂ ਵੱਧ ਆਊਟਡੋਰ ਨਹੀਂ ਹੋਣੇ ਚਾਹੀਦੇ। ਨਾਲ ਹੀ ਆਪਾਂ ਸਰਕਾਰੀ ਸਕੂਲ ਤੇ ਪ੍ਰਾਈਵੇਟ ਸਕੂਲ ਖੋਲ੍ਹ ਦਿੱਤੇ ਜਿੱਥੇ ਸਟਰੈਂਥ ਹਜ਼ਾਰ ਬੱਚਿਆਂ ਦੀ ਵੀ ਹੈ। ਇਹ ਜਿਹੜੇ ਲੌਜਿਕ ਨੇ, ਲੌਜਿਕ ਤਾਂ ਚੈੱਕ ਕਰਦੇ ਨੇ ਨਾ ਲੋਕ। 100 ਦੀ ਗੈਦਰਿੰਗ ਦਾ ਤੁਸੀਂ ਐਲਾਨ ਕੀਤਾ ਹੈ, ਤੁਸੀਂ ਦੇਖੋ ਪੋਲੀਟੀਕਲ ਪਾਰਟੀਆਂ ਦੀ ਰੈਲੀਆਂ ਜਿਹੜੀਆਂ ਹਜ਼ਾਰਾਂ ਦੇ ਲੋਕ ਦੇ ਵਿੱਚ ਇਕੱਠ ਹੋ ਰਿਹਾ, ਕਿਸੇ ਵੀ ਪੋਲੀਟੀਕਲ ਪਾਰਟੀ ਦੀ ਹੋਵੇ, ਫਿਰ ਇਹ ਲੌਜਿਕ ਕਿੱਥੇ ਸਟੈਂਡ ਕਰਦਾ? ਲੋਕੀ ਤਾਂ ਸੋਚਦੇ ਹੀ ਨੇ ਨਾ ਸਰਕਾਰ ਕਹਿੰਦੀ ਕੁਛ ਹੈ ਕਰਦੀ ਕੁਛ ਹੈ। ਦੇਖੋ ਜੇ ਆਪਾਂ ਪੰਜਾਬ ਦੀ ਹਾਲਤ ਲੈ ਕੇ ਚੱਲੀਏ ਤਾਂ ਮੇਰਾ ਖਿਆਲ ਹੈ ਸ਼ਾਇਦ ਪੋਲੀਟੀਕਲ ਰੈਲੀਜ਼ ਤਾਂ ਮੇਰੇ ਖਿਆਲ ਅੱਜ ਕੱਲ੍ਹ ਕੋਈ ਉਹ ਨਹੀਂ ਹੈਗਾ। ਲੇਕਿਨ ਜੇ ਆਪਾਂ ਸੋਸ਼ਲ ਗੈਦਰਿੰਗਸ ਦੀ ਆਪਾਂ ਗੱਲ ਕਰਦੇ ਹਾਂ, ਹੁਣ ਜਿਵੇਂ ਪਿੱਛੇ ਆਪਣੇ ਜਿਹੜੇ ਹੈਗੇ ਆ ਕੋਈ ਗੁਰਪੁਰਬ ਮਨਾ ਰਹੇ ਆ ਜਾਂ ਕੋਈ ਹੋਰ ਆਪਾਂ ਇਹੋ ਜਿਹੇ ਧਾਰਮਿਕ ਫੰਕਸ਼ਨਸ ਕਰ ਰਹੇ ਆ, ਜੇ ਉੱਥੇ 1000-2000 ਵਿਅਕਤੀ ਜਿਹੜੇ ਹੈਗੇ ਜੋ ਇਕੱਠੇ ਹੋ ਰਹੇ ਆ ਤਾਂ ਡੈਫੀਨੇਟਲੀ ਉਹ ਸਾਡਾ ਜਿਹੜਾ ਹੈਗਾ ਉਹ ਇਨਫੈਕਸ਼ਨ ਨੂੰ ਸਪਰੈਡ ਕਰਨ ਦਾ ਘਰ ਹੋ ਜਾਂਦਾ ਹੈ। ਔਰ ਇਸੇ ਤਰੀਕੇ ਨਾਲ ਸਕੂਲਾਂ ਦੇ ਵਿੱਚ ਅਸੀਂ ਜਿਹੜਾ ਸੀਗਾ ਉਹ ਇਸ ਕਰਕੇ ਸ਼ੁਰੂ ਕੀਤੇ ਸੀਗੇ ਕਿ ਬੱਚਿਆਂ ਦੀ ਪੜ੍ਹਾਈ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਸੀ। ਅੱਛਾ, ਹੁਣ ਕਿਉਂਕਿ ਐਗਜ਼ਾਮਸ ਦੇ ਦਿਨ ਆ ਗਏ ਆ, ਸੋ ਇਸ ਕਰਕੇ ਜੇ ਜਿਹੜਾ ਨਵਾਂ ਆਰਡਰ ਕੀਤਾ ਕਿ ਹਾਂ ਸਕੂਲ ਜਿਹੜੇ ਹੈਗੇ ਆ ਉਹ 10ਵੀਂ ਤੇ 12ਵੀਂ ਛੱਡ ਕੇ ਬਾਕੀ ਕਲਾਸਾਂ ਲਈ ਬੰਦ ਕਰ ਦਿਓ, ਕਿਉਂਕਿ ਪ੍ਰੈਪਰੇਟਰੀ ਹੌਲੀਡੇ ਦਾ ਵੈਸੇ ਹੀ ਟਾਈਮ ਸੀਗਾ, ਬੱਚਿਆਂ ਦੇ ਐਗਜ਼ਾਮ ਸ਼ੁਰੂ ਹੋ ਰਹੇ ਆ। ਐਗਜ਼ਾਮ ਅਸੀਂ ਸਪਲਿਟ ਕਰਤੇ ਆ, ਮਾਰਨਿੰਗ ਈਵਨਿੰਗ ਸੈਸ਼ਨ ਕਰਤੇ, ਉਹਦੇ ਨਾਲ ਬੱਚਿਆਂ ਦੀ ਗਿਣਤੀ ਜਿਹੜੀ ਹੈਗੀ ਸਕੂਲਾਂ ਦੇ ਵਿੱਚ ਉਹ ਘਟ ਜਾਏਗੀ ਤੇ ਬੱਚਿਆਂ ਦੇ ਐਗਜ਼ਾਮ ਜਿਹੜੇ ਹੈਗੇ ਆ ਉਹ ਆਰਾਮ ਨਾਲ ਹੋ ਸਕਣਗੇ। ਸੋ ਜੇ ਅਸੀਂ ਸਰਕਾਰ ਦੇ ਹੁਕਮ ਨੂੰ ਲੈ ਕੇ ਚੱਲੀਏ ਤਾਂ 100 ਤੇ 200 ਵਾਲਾ ਜਿਹੜਾ ਹੁਕਮ ਦੁਬਾਰਾ ਸਰਕਾਰ ਨੇ ਕੀਤਾ ਉਹ ਸਿਰਫ ਉਹਦਾ ਚਲੋ ਡਾਕਟਰ ਸਾਹਿਬ ਤੁਸੀਂ ਪੋਲੀਟੀਕਲ ਨਹੀਂ ਹੈਗੇ, ਇਸ ਕਰਕੇ ਮੈਂ ਤੁਹਾਨੂੰ ਪੋਲੀਟੀਕਲ ਸਵਾਲ ਨਹੀਂ ਪੁੱਛ ਸਕਦਾ। ਜੇ ਸਰਕਾਰ ਆਰਡਰ ਕਰਦੀ ਹੈ ਤਾਂ ਅਮਲ ਵੀ ਸਰਕਾਰ ਨੂੰ ਪਹਿਲਾਂ ਆਪਣੇ ਤੇ ਹੀ ਕਰਨਾ ਚਾਹੀਦਾ ਹੈ। ਬੜੇ ਸਾਰੇ ਮੰਤਰੀ ਨੇ ਜਿਹੜੇ ਹਰ ਰੋਜ਼ ਪ੍ਰੋਗਰਾਮਾਂ ਦੇ ਵਿੱਚ ਜਾਂਦੇ ਨੇ, 100 ਦੇ ਇਕੱਠ ਦੀ ਪਰਮਿਸ਼ਨ ਹੈ, ਉੱਥੇ ਹਜ਼ਾਰਾਂ ਦਾ ਇਕੱਠ ਹੁੰਦਾ। ਖੈਰ ਮੈਂ ਇਸ ਵੱਲ ਨਹੀਂ ਜਾਂਦਾ ਕਿਉਂਕਿ ਤੁਸੀਂ ਪੋਲੀਟੀਕਲ ਨਹੀਂ ਹੋ। ਮੈਂ ਸਿਰਫ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਇੱਕ ਹੋਰ ਵੱਡਾ ਸਵਾਲ ਜਿਹੜਾ ਖੜਾ ਹੁੰਦਾ, ਵੈਕਸੀਨ ਦਾ ਸਵਾਲ ਖੜਾ ਹੁੰਦਾ। ਉਹ ਵੈਕਸੀਨ ਕਿੱਥੇ ਸਟੈਂਡ ਕਰ ਰਹੀ ਹੈ? ਬੜੇ ਸਾਰੇ ਲੋਕਾਂ ਦੇ ਮਨ ਦੇ ਵਿੱਚ ਵਹਿਮ ਨੇ ਵੈਕਸੀਨ ਨੂੰ ਲੈ ਕੇ, ਕਿਉਂਕਿ ਬੜੇ ਸਾਰੇ ਕੇਸਿਸ ਅਜਿਹੇ ਆ ਰਹੇ ਨੇ ਵੈਕਸੀਨ ਲੱਗਣ ਤੋਂ ਬਾਅਦ ਵੀ ਕਰੋਨਾ ਹੋਈ ਜਾਂਦਾ ਲੋਕਾਂ ਨੂੰ। ਵੈਕਸੀਨ ਦਾ ਕੀ ਚੱਕਰ? ਦੇਖੋ ਵੈਕਸੀਨ ਜਿਹੜਾ ਹੈਗਾ ਉਹ ਮੈਂ ਇਹ ਸਮਝਦਾ ਕਿ ਇਹ ਕੋਵਿਡ ਦੀ ਜਿਹੜੀ ਵੈਕਸੀਨ ਜਿਹੜੀ ਬਣੀ ਹੈ ਇਹ ਇੱਕ ਇਹੋ ਜਿਹੀ ਵੈਕਸੀਨ ਹੈ ਜਿਹੜੀ ਕਿ ਸ਼ਾਰਟੈਸਟ ਡਿਊਰੇਸ਼ਨ ਦੇ ਵਿੱਚ ਇਹ ਵੈਕਸੀਨ ਬਣ ਕੇ ਤਿਆਰ ਹੋਈ ਹੈ। ਔਰ ਇਹਦਾ ਕਾਰਨ ਕੀ ਸੀਗਾ ਕਿ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਅਲੱਗ-ਅਲੱਗ ਸਾਇੰਸਦਾਨ ਜਿਹੜੇ ਸੀਗੇ ਉਹਨਾਂ ਨੇ ਇਕੱਠੇ ਹੋ ਕੇ ਕੰਮ ਕੀਤਾ, ਉਹਨਾਂ ਨੇ ਇਕੱਠਿਆਂ ਇਹ ਰਿਸਰਚ ਕੀਤੀ ਤੇ ਇਸ ਚੀਜ਼ ਨੂੰ ਪੋਸੀਬਲ ਬਣਾਇਆ ਕਿ ਅਸੀਂ ਇੰਨੇ ਸ਼ਾਰਟ ਟਾਈਮ ਦੇ ਵਿੱਚ ਇੱਕ ਵੈਕਸੀਨ ਜਿਹੜੀ ਹੈਗੀ ਆ ਉਹ ਨਵੀਂ ਬਣਾ ਕੇ ਲੈ ਆਏ। ਹੁਣ ਇਹ ਵੈਕਸੀਨ ਜਿਹੜੀ ਹੈਗੀ ਆ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਤਾਂ ਅੱਜ ਕੱਲ੍ਹ ਜਿਹੜਾ ਇੰਟਰਨੈਟ ਦੇ ਉੱਪਰ ਹਰ ਚੀਜ਼ ਅਵੇਲੇਬਲ ਆ, ਉਹਦੇ ਵਿੱਚ ਚੰਗੀਆਂ ਚੀਜ਼ਾਂ ਵੀ ਹੈਗੀਆਂ, ਮਾੜੀਆਂ ਵੀ ਹੈਗੀਆਂ। ਚੋਇਸ ਤੁਹਾਡੀ ਹੈ ਕਿ ਤੁਸੀਂ ਕੀ ਦੇਖਣਾ। ਔਰ ਸਾਡੇ ਵਾਸਤੇ ਤਰਾਸਦੀ ਇਹ ਹੈ, ਸਾਡੇ ਵਾਸਤੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਜਿਹੜੀ ਮਾੜੀ ਚੀਜ਼ ਜਿਹੜੀ ਹੈਗੀ ਆ ਉਹ ਜਲਦੀ ਗੇੜਾ ਲਗਾ ਜਾਂਦੀ ਹੈ ਸਾਰੇ ਸੋਸ਼ਲ ਮੀਡੀਆ ਤੇ ਜਿਹੜੀ ਚੰਗੀ ਚੀਜ਼ ਹੈ ਉਹਨੂੰ ਕੋਈ ਅੱਗੇ ਲਿਆਉਣ ਵਾਲੇ ਹੈਗੇ ਬਹੁਤ ਘੱਟ ਲੋਕ ਹੁੰਦੇ ਆ। ਵੈਕਸੀਨ ਜਿਹੜੀ ਹੈਗੀਆਂ ਚਾਹੇ ਉਹ ਕੋਈ ਵੀ ਵੈਕਸੀਨ ਹੈ, ਬਹੁਤ ਵਧੀਆ ਵੈਕਸੀਨਸ ਹੈ ਔਰ ਇਹਨਾਂ ਵੈਕਸੀਨਸ ਦੇ ਲਗਾਉਣ ਨਾਲ ਡੈਫੀਨੇਟਲੀ ਸਾਡੇ ਕੋਵਿਡ ਦੇ ਕੇਸਿਸ ਦੇ ਵਿੱਚ ਕਮੀ ਆਏਗੀ।
ਤੁਸੀਂ ਇੱਕ ਠੀਕ ਹੈ ਕੁਐਸਚਨ ਡਾਕਟਰ ਕਰ ਸਾਹਿਬ, ਜਿਹੜੀ ਤੁਸੀਂ ਗੱਲ ਕੀ ਇੱਕ ਪੁਆਇੰਟ ਮੇਰਾ ਲੈ ਲਓ, ਜਿਹੜੀ ਤੁਸੀਂ ਗੱਲ ਕੀਤੀ ਕਿ ਬੜੇ ਸ਼ਾਰਟੈਸਟ ਟਾਈਮ ਦੇ ਵਿੱਚ ਕ੍ਰੀਏਟ ਕੀਤੀ ਗਈ ਵੈਕਸੀਨ ਹੈ, ਇਹ ਇਸ ਦਾ ਗੁਣ ਹੈ, ਇਹਦਾ ਔਗੁਣ ਵੀ ਤਾਂ ਹੋ ਸਕਦਾ, ਕਿਉਂਕਿ ਸਾਨੂੰ ਸਾਈਡ ਇਫੈਕਟ ਪਤਾ ਹੀ ਨਹੀਂ ਹੈ। ਮੈਂ ਕਈ ਵਾਰ ਡਾਕਟਰ ਸਾਹਿਬ ਤੋਂ ਪੁੱਛਦਾ ਵੀ ਜਦੋਂ ਇੱਕ ਵੈਕਸੀਨ ਲੱਗ ਗਈ ਉਹ ਕਿੰਨੀ ਦੇਰ ਤੱਕ ਰਹੇਗੀ, ਉਹਦਾ ਅਸਰ ਕਿੰਨੀ ਦੇਰ ਤੱਕ ਰਹੇਗਾ, ਉਹ ਕਹਿੰਦੇ ਸਾਨੂੰ ਹਲੇ ਪਤਾ ਹੀ ਨਹੀਂ ਹੈ, ਕਿਉਂਕਿ ਲੌਂਗ ਟਰਮ ਨਤੀਜੇ ਤਾਂ ਸਾਨੂੰ ਪਤਾ ਹੀ ਨਹੀਂ ਹੈ। ਇਸ ਕਰਕੇ ਜੇ ਥੋੜੇ ਟਾਈਮ 'ਚ ਵੈਕਸੀਨ ਬਣਾਈ ਗਈ ਹੈ, ਉਹਦੇ ਫਾਇਦੇ ਨੇ, ਤਾਂ ਉਹਦੇ ਨਫਾ ਨੁਕਸਾਨ ਜਿਹੜੇ ਨੇ ਉਹ ਤੁਹਾਨੂੰ ਲੱਗਦਾ ਨਹੀਂ ਕਿ ਥੋੜਾ ਟਾਈਮ ਆਉਣ ਤੋਂ ਬਾਅਦ ਹੀ ਪਤਾ ਲੱਗਣਾ? ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਬਹੁਤ ਸ਼ਾਰਟ ਡਿਊਰੇਸ਼ਨ ਦੇ ਵਿੱਚ ਵੈਕਸੀਨ ਬਣੀ ਹੋਣ ਕਰਕੇ ਅਜੇ ਕੁਝ ਚੀਜ਼ਾਂ ਇਹੋ ਜਿਹੀਆਂ ਹੈ ਜਿਹਦੇ ਬਾਰੇ ਸਾਨੂੰ ਪੂਰੀ ਨੌਲੇਜ ਨਹੀਂ ਹੈ। ਲੇਕਿਨ ਐਟ ਦਾ ਸੇਮ ਟਾਈਮ ਸਾਨੂੰ ਇੱਕ ਚੀਜ਼ ਜ਼ਰੂਰ ਪਤਾ ਹੈ ਕਿ ਵੈਕਸੀਨ ਜਿਹੜੀ ਹੈ ਉਹ ਇਸ ਵਾਇਰਸ ਦੇ ਅਗੇਂਸਟ ਇਫੈਕਟਿਵ ਹੈ। ਹੁਣ ਕਿੰਨੇ ਸਮੇਂ ਤੱਕ ਇਫੈਕਟਿਵ ਹੈ, ਮੇਬੀ ਉਸ ਦਾ ਸਾਨੂੰ ਅਜੇ ਥੋੜਾ ਜਿਹਾ ਟਾਈਮ ਲੱਗੇਗਾ ਫਾਈਨਲੀ ਪਤਾ ਲੱਗਣ ਤੇ, ਲੇਕਿਨ ਇਫੈਕਟਿਵਨੈਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵੈਕਸੀਨ ਜਿਹੜੀ ਹੈਗੀ ਆ ਉਹ ਪੂਰੀ ਤਰ੍ਹਾਂ ਨਾਲ ਇਫੈਕਟਿਵ ਹੈ। ਤੁਸੀਂ ਇੱਕ ਵਿੱਚ ਨੂੰ ਗੱਲ ਕੀਤੀ ਸੀਗੀ ਛੋਟੀ ਜੀ ਕਿ 2 ਡੋਜ਼ਸ ਲੱਗਣ ਤੋਂ ਬਾਅਦ ਵੀ ਲੋਕਾਂ ਨੂੰ ਹੋ ਰਿਹਾ ਕਰੋਨਾ ਹੋ ਰਿਹਾ। ਇਹਦੇ 'ਚ ਦੇਖੋ ਜਦੋਂ ਆਪਾਂ ਵੈਕਸੀਨ ਦਿੰਦੇ ਆ ਤਾਂ 2 ਡੋਜ਼ਸ ਆਪਾਂ ਦੇ ਰਹੇ ਆ, ਪਹਿਲੀ ਡੋਜ਼ ਦਿੱਤੀ ਉਹਦੇ ਨਾਲ ਕੁਝ ਹੱਦ ਤੱਕ ਐਂਟੀਬਾਡੀਜ਼ ਜਿਹੜੀਆਂ ਹੈਗੀਆਂ ਉਹ ਬਾਡੀ 'ਚ ਬਣ ਜਾਂਦੀਆਂ। ਜਦੋਂ ਆਪਾਂ ਮਹੀਨੇ ਬਾਅਦ ਜਾਂ 5 ਹਫ਼ਤੇ ਬਾਅਦ ਜਾਂ 6 ਹਫ਼ਤੇ ਬਾਅਦ ਦੂਸਰੀ ਡੋਜ਼ ਦਿੰਦੇ ਆ ਤਾਂ ਉਹ ਬੂਸਟਰ ਡੋਜ਼ ਹੁੰਦੀ ਹੈ, ਜਿਹਦੇ ਨਾਲ ਕਿ ਉਹ ਜਿਹੜੀਆਂ ਐਂਟੀਬਾਡੀਜ਼ ਹੈਗੀਆਂ ਉਹਨਾਂ ਦੀ ਮਾਤਰਾ ਹੋਰ ਵੱਧ ਜਾਂਦੀ ਹੈ। ਹੁਣ ਇਹ ਇੱਕ ਇੰਡੀਵਿਜੂਅਲ ਤੇ ਡਿਪੈਂਡ ਕਰਦਾ ਹੈ, ਇੱਕ ਵਿਅਕਤੀ ਤੇ ਡਿਪੈਂਡ ਕਰਦਾ ਹੈ ਕਿ ਉਹਦੀ ਬਾਡੀ ਜਿਹੜੀ ਹੈਗੀ ਉਹ ਵੈਕਸੀਨ ਨੂੰ ਕਿਸ ਤਰੀਕੇ ਨਾਲ ਔਰ ਕਿੰਨੀ ਲਿਮਿਟ ਤੱਕ ਰਿਸਪੌਂਡ ਕਰ ਰਹੀ ਹੈ। ਜੇ ਮਤਲਬ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਵੈਕਸੀਨ ਲੱਗਣ ਤੋਂ ਬਾਅਦ ਤੁਹਾਨੂੰ ਕਰੋਨਾ ਨਹੀਂ ਹੋਏਗਾ? ਮੈਂ ਇਹ ਨਹੀਂ ਕਿਹਾ, ਮੈਂ ਇਹ ਕਹਿ ਰਿਹਾ ਕਿ ਤੁਹਾਡੇ ਵਿੱਚ ਐਂਟੀਬਾਡੀਜ਼ ਕਿਸ ਲੈਵਲ ਤੱਕ ਬਣਦੀਆਂ ਉਹ ਹਰੇਕ ਬੰਦੇ ਦੇ ਆਪਣੀ ਬਾਡੀ ਦੇ ਸਟਰਕਚਰ ਤੇ ਆਪਣੀ ਬਾਡੀ ਦੀ ਕੈਮਿਸਟਰੀ ਤੇ ਡਿਪੈਂਡ ਕਰਦਾ ਹੈ। ਸੋ ਔਰ ਦੂਸਰੀ ਚੀਜ਼ ਇਹ ਨਹੀਂ ਹੈਗਾ ਕਿ ਅੱਜ ਵੈਕਸੀਨ ਲੱਗੀ ਤੇ ਕੱਲ ਨੂੰ ਉਹ ਇਫੈਕਟਿਵ ਹੋ ਜਾਏਗੀ, ਉਹਦੇ ਵਿੱਚ ਵੀ ਥੋੜਾ ਜਿਹਾ ਸਾਨੂੰ ਟਾਈਮ ਗੈਪ ਚਾਹੀਦਾ ਐਂਟੀਬਾਡੀਜ਼ ਬਣਨ ਵਾਸਤੇ ਵੀ। ਠੀਕ ਹੈ, ਸੋ ਇਸ ਕਰਕੇ ਸਾਡਾ ਜਿਹੜਾ ਹੈ ਕਿ ਜਿਵੇਂ ਆਪਾਂ ਕਹਿੰਦੇ ਕਿ ਜੀ ਇੱਕ ਡੋਜ਼ ਲੱਗੀ ਸੀ, ਪਰਸੋਂ ਡੋਜ਼ ਲੱਗੀ ਸੀਗੀ, ਅੱਜ ਬੰਦੇ ਨੂੰ ਕਰੋਨਾ ਹੋ ਗਿਆ ਪਹਿਲੀ ਡੋਜ਼ ਤੋਂ ਬਾਅਦ ਜਾਂ ਮੈਂ ਸਮਝ ਗਿਆ ਤੁਹਾਡੀ ਗੱਲ। ਜੀ ਸੋ ਇਸ ਕਰਕੇ ਆਪਾਂ ਡਾਕਟਰ ਸਾਹਿਬ ਇੱਕ ਹੋਰ ਸਵਾਲ ਬੜੇ ਲੋਕਾਂ ਦੇ ਮਨ ਦੇ ਵਿੱਚ ਹੈਗਾ, ਕਿਉਂਕਿ ਸਾਡੇ ਕੋਲ ਫੀਡਬੈਕਸ ਜਿਹੜੀਆਂ ਲੋਕਾਂ ਦੀਆਂ ਆਉਂਦੀਆਂ ਉਹ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ। 2 ਸਵਾਲ ਲੋਕਾਂ ਦੇ ਜ਼ਿਹਨ ਦੇ ਵਿੱਚ ਜ਼ਰੂਰ ਨੇ ਕਿ ਜਿਹੜਾ ਨਾਈਟ ਕਰਫਿਊ ਲਗਾਇਆ ਗਿਆ, ਇਸ ਨਾਈਟ ਕਰਫਿਊ ਦਾ ਲੌਜਿਕ ਕੀ ਹੈ, ਫਾਇਦਾ ਕੀ ਹੋਏਗਾ? ਲੋਕ ਤਾਂ ਘਰਾਂ ਦੇ ਅੰਦਰ ਹੁੰਦੇ ਨੇ, ਉਦੋਂ ਅਸੀਂ ਨਾਈਟ ਕਰਫਿਊ ਲਗਾ ਦਿੱਤਾ ਕਿਉਂਕਿ ਲਾਗ ਦਾ ਡਰ ਤਾਂ ਹੀ ਹੈ ਜਦੋਂ ਲੋਕ ਬਾਹਰ ਨੇ, ਲੋਕ ਘਰਾਂ ਦੇ ਅੰਦਰ ਨੇ, ਅਸੀਂ ਕਰਫਿਊ ਬਾਹਰ ਲਗਾ ਦਿੱਤਾ, ਉਹਦਾ ਫਾਇਦਾ ਕੀ ਹੈ? ਦੂਜਾ ਸਵਾਲ, ਕਰਫਿਊ ਤੋਂ ਬਾਅਦ ਕੀ ਪੰਜਾਬ ਦੇ ਵਿੱਚ ਕੋਈ ਚਾਂਸਸ ਹੈਗੇ ਨੇ ਵੀਕਐਂਡ ਲਾਕਡਾਊਨ ਦੇ ਜਾਂ ਕਿਸੇ ਤਰ੍ਹਾਂ ਦੇ ਹੋਰ ਦੇ ਲਾਕਡਾਊਨ ਦੇ? ਦੇਖੋ ਰਾਤ ਦਾ ਕਰਫਿਊ ਲਗਾਉਣ ਦਾ ਜਿਹੜਾ ਪਰਪਸ ਹੈਗਾ ਨਾ ਉਹਦਾ ਪਰਪਸ ਵੀ ਉਹੋ ਹੀ ਹੈ ਜੋ ਸਾਡਾ ਦਿਨ ਵੇਲੇ 100 ਤੇ 200 ਦੀ ਗੈਦਰਿੰਗ ਨੂੰ ਰਿਸਟ੍ਰਿਕਟ ਕਰਨ ਦਾ ਹੈ, ਤਾਂ ਕਿ ਜਿਹੜੇ ਸਾਡੇ ਆਮ ਤੌਰ ਤੇ ਚਾਹੇ ਸਿਨੇਮਾ ਦੇਖਣ ਵਾਲੇ, ਚਾਹੇ ਸਾਡੇ ਜਿਹੜੇ ਸ਼ਾਮ ਨੂੰ ਡਾਂਸ ਕਲੱਬਸ ਵਗੈਰਾ ਜਾਂ ਹੋਰ ਜਿਹੜੇ ਇਹੋ ਜਿਹੀ ਐਕਟੀਵਿਟੀਜ਼ ਹੈ, ਸੋਸ਼ਲ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਉਹ ਆਮ ਤੌਰ ਤੇ ਲੇਟ ਨਾਈਟ ਤੱਕ ਚੱਲਦੀਆਂ ਰਹਿੰਦੀਆਂ। ਸੋ ਉਹਦੇ ਟਾਈਮ ਨੂੰ ਰਿਡਿਊਸ ਕਰਨ ਵਾਸਤੇ ਕਿ ਤਾਂ ਕਿ ਲੋਕੀ ਸਮੇਂ ਸਿਰ ਘਰ ਚਲੇ ਜਾਣ ਔਰ ਉਹ ਜਿਹੜਾ ਉਹਦਾ ਓਵਰਆਲ ਐਕਟੀਵਿਟੀ ਦਾ ਟਾਈਮ ਜਿਹੜਾ ਹੈਗਾ ਉਹ ਲੋਕਾਂ ਦਾ ਘਟ ਜਾਵੇ। ਸੋ ਇੱਕ ਤਾਂ ਉਹ ਪਰਪਸ ਹੈ ਸਾਡਾ, ਤਾਂ ਕਿ ਉਹ ਐਕਟੀਵਿਟੀਜ਼ ਜ਼ਿਆਦਾ ਦੇਰ ਤੱਕ ਨਾ ਕੰਟੀਨਿਊ ਕਰਕੇ, ਕਿਉਂਕਿ ਜਿਹੜੀਆਂ ਇਹੋ ਜਿਹੀ ਐਕਟੀਵਿਟੀਜ਼ ਆ ਉੱਥੇ ਆਮ ਤੌਰ ਤੇ ਸਾਡੇ ਲੋਕ ਜਿਹੜੇ ਹੈਗੇ ਆ ਉਹ ਅਣਗਹਿਲੀ ਕਰਦੇ ਆ ਔਰ ਅਵੇਸਲੇ ਹੋ ਜਾਂਦੇ ਆ। ਰਾਈਟ, ਸੋ ਇੱਕ ਤਾਂ ਉਹ ਰਿਸਟ੍ਰਿਕਟ ਹੋ ਜਾਏਗਾ। ਅੱਛਾ, ਦੂਸਰਾ ਜਿਹੜਾ ਦੂਸਰਾ ਤੁਹਾਡਾ ਕੁਐਸਚਨ ਹੈ ਕਿ ਕੀ ਅਸੀਂ ਲਾਕਡਾਊਨ ਵੱਲ ਜਾ ਸਕਦੇ ਹਾਂ, ਦੇਖੋ ਇਹਦੇ ਬਾਰੇ ਅੱਜ ਦੀ ਡੇਟ ਦੇ ਵਿੱਚ ਕੋਈ ਫੈਸਲਾ ਨਹੀਂ ਹੋਇਆ। ਨਹੀਂ, ਪਰ ਅੱਜ ਦੇ ਹਾਲਾਤਾਂ ਨੂੰ ਵੇਖਦੇ ਹੋਇਆ ਤੁਹਾਨੂੰ ਲੱਗਦਾ ਹਾਲੇ ਉਹਦੀ ਨੌਬਤ ਆਉਂਦੀ ਲੱਗਦੀ ਨਹੀਂ ਹੈ, ਕਿਉਂਕਿ ਜਿਸ ਤਰ੍ਹਾਂ ਸਾਡੇ ਕੋਲ ਜਿੰਨੇ ਸਾਡੇ ਕੋਲ ਕੇਸ ਹੋ ਰਹੇ ਆ ਉਹਦੇ ਨਾਲ ਇਸ ਨੌਬਤ ਤੱਕ ਮੈਨੂੰ ਨਹੀਂ ਲੱਗਦਾ ਕਿ ਅਸੀਂ ਉਸ ਲੈਵਲ ਤੱਕ ਪਹੁੰਚਣ ਦੀ ਲੋੜ ਪਏਗੀ ਸਾਨੂੰ, ਕਿਉਂਕਿ ਅਸੀਂ ਉਸ ਤੋਂ ਪਹਿਲਾਂ ਹੀ ਆਪਣੀ ਬਿਮਾਰੀ ਜਿਹੜੀ ਹੈਗੀ ਉਹਨੂੰ ਕੰਟਰੋਲ ਵੀ ਕਰ ਲਾਂਗੇ। ਔਰ ਮੈਨੂੰ ਪੰਜਾਬੀਆਂ ਦੇ ਵਿੱਚ ਪੂਰਾ ਵਿਸ਼ਵਾਸ ਹੈ ਕਿ ਸਾਡੇ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਬੜੀ ਜਲਦੀ ਸਮਝ ਜਾਣਗੇ ਔਰ ਵਾਪਸ ਜਿਹੜਾ ਹੈਗਾ ਅਸੀਂ ਇਹਦੀ ਬਿਮਾਰੀ ਨੂੰ ਜਿਹੜਾ ਖਤਮ ਕਰਨ ਵਾਸਤੇ ਕਾਮਯਾਬ ਹੋ ਜਾਵਾਂਗੇ।
ਠੀਕ ਹੈ ਡਾਕਟਰ ਸਾਹਿਬ, ਇੱਕ ਅਹਿਮ ਸਵਾਲ ਤੁਹਾਡੇ ਤੋਂ ਮੈਂ ਜ਼ਰੂਰ ਜਾਣਨਾ ਚਾਹਨਾ। ਪਿਛਲੇ ਸਾਲ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਕੇਸਿਸ ਦੀ ਰਫ਼ਤਾਰ ਲਗਾਤਾਰ ਵਧੀ ਸੀ, ਠੀਕ 1 ਸਾਲ ਬਾਅਦ ਫਿਰ ਉਹਨਾਂ ਦਿਨਾਂ ਦੇ ਵਿੱਚ ਹੀ ਰਫ਼ਤਾਰ ਵੱਧ ਜਾਂਦੀ ਹੈ। ਇਹ ਕੋਈ ਇਤਫਾਕ ਹੈ ਜਾਂ ਕੋਈ ਮੌਸਮੀ ਬਦਲਾਅ ਹੈਗਾ? ਤੁਹਾਡੀ ਸਟੱਡੀ ਕੁਝ ਦੱਸਦੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਇਹ ਕਰੋਨਾ ਵਾਇਰਸ ਦੇ ਕੇਸਿਸ ਕਿਉਂ ਵੱਧ ਜਾਂਦੇ ਨੇ? ਨਹੀਂ, ਇਹਦੇ ਬਾਰੇ ਮੈਂ ਜ਼ਿਆਦਾ ਕਮੈਂਟ ਨਹੀਂ ਕਰ ਪਾਊਂਗਾ, ਕਿਉਂਕਿ ਜੇ ਅਸੀਂ ਇਸ ਨੂੰ ਦੇਖੀਏ, ਇਸ ਪਾਸੇ ਨੂੰ ਦੇਖਾਂਗੇ ਤਾਂ ਸ਼ਾਇਦ ਸਾਨੂੰ ਥੋੜ੍ਹਾ ਜਿਹਾ ਹੋਰ ਧਿਆਨ ਨਾਲ ਦੇਖਣ ਦੀ ਲੋੜ ਪਏਗੀ। ਲੇਕਿਨ ਜੋ ਐਪਰੈਂਟਲੀ ਦਿਖਾਈ ਦੇ ਰਿਹਾ ਉਹ ਇਹੀ ਲੱਗਦਾ ਹੈ ਕਿ ਲੋਕਾਂ ਦੇ ਅਵੇਸਲੇ ਹੋਣ ਕਰਕੇ ਹੀ ਸਾਡੇ ਜਿਹੜੇ ਕੇਸਿਸ ਹੈਗੇ ਆ ਉਹ ਵਧਣੇ ਸ਼ੁਰੂ ਹੋਏ ਆ। ਠੀਕ ਹੈ, ਇੱਕ ਆਖਰੀ ਸਵਾਲ ਡਾਕਟਰ ਸਾਹਿਬ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ, ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅੱਗੇ ਸਰਕਾਰ ਕਰਨ ਜਾ ਰਹੀ ਹੈ? ਕਿਉਂਕਿ ਹੁਣ ਤੱਕ ਤੁਸੀਂ ਬੜੀਆਂ ਥਾਵਾਂ ਤੇ ਨਾਈਟ ਕਰਫਿਊ ਦਾ ਐਲਾਨ ਕਰ ਦਿੱਤਾ, ਸਕੂਲਾਂ ਦੇ ਵਿੱਚ ਛੁੱਟੀਆਂ ਦਾ ਵੀ ਐਲਾਨ ਹੋ ਗਿਆ। ਹੁਣ ਆਉਣ ਵਾਲਾ ਨੈਕਸਟ ਕਦਮ ਕੀ ਹੈ? ਕਿਉਂਕਿ ਸਾਨੂੰ ਪਤਾ ਲੱਗਿਆ ਕਿ ਕੁਝ ਪਲੈਨਿੰਗ ਸਰਕਾਰ ਹੋਰ ਵੀ ਕਰ ਰਹੀ ਹੈ, ਜੇਕਰ ਕੇਸਾਂ ਦੀ ਰਫ਼ਤਾਰ ਨਹੀਂ ਰੁਕਦੀ ਤਾਂ ਅੱਗੇ ਕੀ ਹੋ ਸਕਦਾ? ਦੇਖੋ, ਫਿਲਹਾਲ ਤਾਂ ਜਿਹੜਾ ਹੈਗਾ ਸਾਡੀ ਕੋਸ਼ਿਸ਼ ਇਹੀ ਹੈ ਕਿ ਸਾਨੂੰ ਬਹੁਤ ਜ਼ਿਆਦਾ ਕੋਈ ਹਾਰਸ਼ ਕਦਮ ਜਿਹੜੇ ਹੈਗੇ ਸਖਤ ਕਦਮ ਨਾ ਚੁੱਕਣੇ ਪੈਣ। ਅਸੀਂ ਆਪਣੀ ਸੈਂਪਲਿੰਗ ਜਿਹੜੀ ਹੈਗੀ ਉਹ ਵਧਾਤੀ ਹੈ, ਆਪਣੇ ਹਸਪੀਟਲ ਜਿਹੜੇ ਹੈਗੇ ਉਹਨਾਂ ਨਾਲ ਪੂਰੀ ਤਿਆਰੀ ਕਰ ਲਈ ਹੈ ਉਹਨਾਂ ਦੀ, ਚਾਹੇ ਲੈਵਲ 2 ਚਾਹੇ ਲੈਵਲ 3। ਸਾਡੀ ਸਰਕਾਰ ਜਿਹੜੀ ਹੈਗੀ ਆ, ਅਸੀਂ ਹਰ ਤਕਰੀਬਨ ਦੂਸਰੇ ਤੀਸਰੇ ਮੀਟਿੰਗਸ ਕਰਕੇ ਸਾਡੇ ਉੱਚ ਅਧਿਕਾਰੀਆਂ ਵੱਲੋਂ, ਈਵਨ ਸਾਡੇ ਮੁੱਖ ਮੰਤਰੀ ਜੀ ਔਰ ਸਾਡੇ ਸਿਹਤ ਮੰਤਰੀ ਸਾਡੇ ਉਹ ਹਮੇਸ਼ਾ ਲਗਾਤਾਰ ਉਹਦਾ ਫੀਡਬੈਕ ਲੈਂਦੇ ਰਹਿੰਦੇ ਆ। ਔਰ ਇਹਦੇ 'ਤੇ ਅਸੀਂ ਫਿਲਹਾਲ ਇਹੀ ਹੈ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਕੇ ਅਸੀਂ ਉਸ ਨੂੰ ਬਚਾ ਕੇ ਰੱਖੀਏ। ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਕੋਈ ਹੋਰ ਸਖਤ ਕਦਮ ਜਿਹੜੇ ਹੈਗਾ ਚੁੱਕਣ ਦੀ ਲੋੜ ਨਾ ਪਵੇ। ਔਰ ਲੋਕੀ ਜੇ ਸਾਡੇ ਪੜ੍ਹੇ ਲਿਖੇ ਲੋਕ ਹੈ, ਜਾਗਰੂਕ ਲੋਕ ਹੈ, ਔਰ ਸਾਨੂੰ ਉਮੀਦ ਹੈ ਕਿ ਇੰਨੇ ਕੁ ਕਰਨ ਦੇ ਨਾਲ ਹੀ ਅਸੀਂ ਇਸ ਬਿਮਾਰੀ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਆਪਣੇ ਤੌਰ ਤੇ ਕੁਝ ਆਰਡਰ ਵੀ ਕੀਤੇ ਜਾ ਰਹੇ ਨੇ, ਹੁਕਮ ਕੀਤੇ ਜਾ ਰਹੇ ਨੇ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹੋਰਾਂ ਨੇ ਹੁਣੇ ਆਰਡਰ ਪਾਸ ਕੀਤਾ ਥੋੜੀ ਦੇਰ ਪਹਿਲਾਂ ਹੀ ਕਿ ਜੇਕਰ ਤੁਸੀਂ ਕਿਸੇ ਵੀ ਸਮਾਗਮ ਦੇ ਵਿੱਚ ਜਾਣਾ ਤਾਂ ਤੁਹਾਨੂੰ ਆਪਣੀ ਰਿਪੋਰਟ ਦਿਖਾਣੀ ਪਏਗੀ। ਤੁਸੀਂ ਟੈਸਟ ਦੀ ਰਿਪੋਰਟ ਦਿਖਾਓਗੇ, ਜੇਕਰ ਵੈਕਸੀਨ ਲਈ ਹੈ ਤਾਂ ਵੈਕਸੀਨ ਦੀ ਰਿਪੋਰਟ ਦਿਖਾਓਗੇ, ਤਾਂ ਹੀ ਤੁਹਾਨੂੰ ਸਮਾਗਮ ਦੇ ਵਿੱਚ ਜਾਣ ਦੀ ਇਜਾਜ਼ਤ ਹੋਵੇਗੀ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਵੀ ਐਲਾਨ ਕੀਤਾ ਕਿ ਉਹਨਾਂ ਨੇ ਸਾਰੇ ਪੱਤਰਕਾਰਾਂ ਨੂੰ ਕਹਿ ਦਿੱਤਾ ਕਿ ਤੁਹਾਨੂੰ ਟੈਸਟ ਕਰਾਉਣਾ ਜ਼ਰੂਰੀ ਹੈ, ਮੈਡੀਕਲ ਮਹਿਕਮੇ ਨੂੰ ਕਹਿ ਦਿੱਤਾ ਕਿ ਇਹ ਟੈਸਟ ਕਰਾਉਣੇ ਜ਼ਰੂਰੀ ਹੈ। ਇਹ ਜਿਹੀਆਂ ਚੀਜ਼ਾਂ ਇਹਤਿਆਤਨ ਵਜੋਂ ਤਾਂ ਠੀਕ ਹੈ, ਪਰ ਤੁਹਾਨੂੰ ਨਹੀਂ ਲੱਗਦਾ ਕਿ ਲੋਕਾਂ ਦੇ ਵਿੱਚ ਇੱਕ ਡਰ ਦੀ ਭਾਵਨਾ ਵੀ ਪੈਦਾ ਹੋ ਜਾਂਦੀ ਹੈ? ਨਹੀਂ, ਇਹ ਡਰ ਦੀ ਭਾਵਨਾ ਪੈਦਾ ਕਰਨ ਵਾਸਤੇ ਇਹਦਾ ਕੋਈ ਮੰਤਵ ਬਿਲਕੁਲ ਨਹੀਂ ਹੈਗਾ। ਇਹਦਾ ਮੰਤਵ ਸਿਰਫ ਇਹੀ ਹੈ ਕਿ ਅਸੀਂ ਆਪਣੀ ਬਿਮਾਰੀ ਦੇ ਸਪਰੈਡ ਨੂੰ ਅਸੀਂ ਵੱਧ ਤੋਂ ਵੱਧ ਰੋਕਣ ਦੀ ਕੋਸ਼ਿਸ਼ ਕਰਨੀ ਹੈ। ਸੋ ਜੇ ਤੁਸੀਂ ਇਹਦੇ 'ਚ ਮਾੜੀ ਗੱਲ ਵੀ ਕੋਈ ਨਹੀਂ, ਜੇ ਤੁਸੀਂ ਕਿਸੇ ਸਮਾਗਮ 'ਤੇ ਜਾ ਰਹੇ ਹੋ ਔਰ ਪਹਿਲਾਂ ਤੁਹਾਡਾ ਟੈਸਟ ਹੋਇਆ ਤੁਹਾਨੂੰ ਪਤਾ ਹੈ ਕਿ ਤੁਸੀਂ ਨੈਗੇਟਿਵ ਹੋ, ਤਾਂ ਬੜੀ ਚੰਗੀ ਗੱਲ ਹੈ। ਇਹ ਅਸੀਂ ਚਾਹੁੰਦੇ ਹਾਂ ਕਿ ਜਦੋਂ ਕਿਸੇ ਸਮਾਗਮ ਵਿੱਚ ਲੋਕ ਇਕੱਠੇ ਹੋਣ ਤਾਂ ਬਹੁਤੇ ਲੋਕ ਜਿਹੜੇ ਹੈਗੇ ਆ ਉਹ ਬਿਮਾਰੀ ਤੋਂ ਬਚੇ ਹੋਏ ਹੋਣ, ਤਾਂ ਕਿ ਉੱਥੇ ਬਿਮਾਰੀ ਜਿਹੜੀ ਹੈਗੀ ਉਹ ਹੋਰ ਨਾ ਫੈਲ ਸਕੇ। ਜੀ ਠੀਕ ਹੈ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਇਸ तमाम ਜਾਣਕਾਰੀ ਦੇਣ ਦੇ ਲਈ। ਔਰ ਬੜੀ ਆਸ ਤੇ ਉਮੀਦ ਕਰਦੇ ਹਾਂ ਕਿ ਜਿਹੜੇ ਲੋਕ ਸੁਣ ਰਹੇ ਹੋਣੇ ਨੇ, ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਭਰਮ ਭੁਲੇਖੇ ਵੀ ਸੀ, ਕਈ ਤਰ੍ਹਾਂ ਦੇ ਸਵਾਲ ਵੀ ਸੀ, ਇੱਥੋਂ ਤੱਕ ਵੀ ਸੀਗਾ ਕਿ ਕਰੋਨਾ ਹੁਣ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ, ਕਰੋਨਾ ਹੈ ਹੀ ਨਹੀਂ ਹੈ ਪੰਜਾਬ ਦੇ ਵਿੱਚ, ਸਿਰਫ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾਕਟਰ ਸਾਹਿਬ, ਮੇਰੇ ਜ਼ਿਹਨ ਦੇ ਵਿੱਚ ਇੱਕ ਸਵਾਲ ਨਿਕਲ ਗਿਆ, ਜੇਕਰ ਤੁਸੀਂ ਹੈਗੇ ਹੋ, ਮੇਰੀ ਆਵਾਜ਼ ਆ ਰਹੀ ਹੈ? ਡਾਕਟਰ ਸਾਹਿਬ, ਜਿਹੜੀ ਮੈਂ ਸਭ ਤੋਂ ਪਹਿਲਾਂ ਗੱਲ ਕਹੀ ਸੀ ਕਿ ਮੌਤ ਦਰ ਜਿਹੜੀ ਹੈ ਉਹ ਪੂਰੇ ਭਾਰਤ ਦੇ ਵਿੱਚੋਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਹੈਗੀ ਹੈ, ਉਹਦਾ ਇੱਕ ਕਾਰਨ ਦੱਸ ਸਕਦੇ ਹੋ? ਇਹਦਾ ਕਾਰਨ ਵੀ ਜਿਹੜਾ ਹੈਗਾ ਕਾਫੀ ਹੱਦ ਤੱਕ ਜੋ ਅਸੀਂ ਐਨਾਲਾਈਜ਼ ਕਰ ਰਹੇ ਹਾਂ ਉਹ ਵੀ ਅਸੀਂ ਇਹੀ ਸਾਡੇ ਦੇਖਣ 'ਚ ਇਹੀ ਆਇਆ ਕਿ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਬਹੁਤ ਲੇਟ ਜਾ ਕੇ ਹਸਪੀਟਲ ਰਿਪੋਰਟ ਕਰਦੇ ਆ। ਤਕਰੀਬਨ 77-79% ਲੋਕ ਜਿਹੜੇ ਹੈਗੇ ਆ ਮਰੀਜ਼ ਹੈ, ਉਹ ਜਦੋਂ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਤਾਂ ਹੀ ਉਹ ਹਸਪੀਟਲ ਪਹੁੰਚਦੇ ਆ। ਔਰ ਉਹ ਇਸ ਸਟੇਜ 'ਤੇ ਸਾਡੇ ਕੋਲ ਆਉਂਦੇ ਆ ਜਦੋਂ ਕਿ ਉਹਨਾਂ ਦੇ ਬਿਮਾਰੀ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਐਡਵਾਂਸ ਹੋ ਚੁੱਕੀ ਹੁੰਦੀ ਹੈ। ਜੇ ਇਹ ਮੇਰੇ ਅਜਿਹੇ ਦੇ ਵਿੱਚ ਲੋਕਾਂ ਨੂੰ ਅਪੀਲ ਕੀ ਕਰਨੀ ਚਾਹੁੰਦੇ? ਇਹੀ ਗੱਲ ਜਿਹੜੀ ਤੁਸੀਂ ਕਹੀ ਹੈ ਇਹੀ ਮੈਂ ਕਹਿਣ ਲੱਗਿਆ ਸੀਗਾ ਕਿ ਮੇਰੀ ਆਪਣੇ ਪੰਜਾਬ ਵਾਸੀਆਂ ਨੂੰ ਅਪੀਲ ਇਹੀ ਹੈ ਕਿ ਪਹਿਲਾਂ ਤਾਂ ਆਪਣਾ ਬਚਾਅ ਰੱਖੋ, ਮਾਸਕ ਪਾ ਕੇ ਰੱਖੋ, ਹੱਥਾਂ ਨੂੰ ਬਾਰ-ਬਾਰ ਧੋਵੋ, ਔਰ ਇੱਕ ਸੋਸ਼ਲ ਡਿਸਟੈਂਸਿੰਗ ਜਿਹੜੀ ਕਿ ਅਸੀਂ ਪਿਛਲੇ 1 ਸਾਲ ਤੋਂ ਬਾਰ-ਬਾਰ ਅਪੀਲ ਕਰਦੇ ਆ ਰਹੇ ਹਾਂ ਉਹ ਜ਼ਰੂਰ ਕਰੋ। ਜੇ ਕੋਈ ਵਿਅਕਤੀ ਕੋਵਿਡ ਪੋਜ਼ਿਟਿਵ ਆ ਜਾਂਦਾ ਹੈ ਔਰ ਹੋਮ ਆਈਸੋਲੇਸ਼ਨ ਦੇ ਵਿੱਚ ਰਹਿਣਾ ਪਸੰਦ ਕਰਦਾ ਹੈ, ਬਹੁਤ ਚੰਗੀ ਗੱਲ ਹੈ, ਕਿਉਂਕਿ ਉਹਦੇ ਨਾਲ ਤੁਸੀਂ ਇਨਫੈਕਸ਼ਨ ਜਿਹੜੀ ਹੈਗੀ ਹੈ ਉਹ ਫੈਲਾਉਣ ਤੋਂ ਵੀ ਬਚਦੇ ਹੋ। ਔਰ ਦੂਸਰਾ, ਹਸਪੀਟਲ ਦੇ ਵਿੱਚ ਜਾ ਕੇ ਜਿਹੜਾ ਹੈਗਾ ਇਕਾਂਤਵਾਸ ਜਿਹੜਾ ਹੈਗਾ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ। ਪਰ ਲੇਕਿਨ ਇਹਦੇ ਨਾਲ ਹੀ ਮੇਰੀ ਸਭ ਨੂੰ ਇੱਕ ਬੇਨਤੀ ਇਹ ਵੀ ਹੈ
ਕਿ ਜੇ ਤੁਹਾਨੂੰ ਲੱਗੇ ਕਿ ਤੁਹਾਡਾ ਬੁਖਾਰ ਨਹੀਂ ਉਤਰ ਰਿਹਾ, ਤੁਹਾਨੂੰ ਸਾਹ ਦੀ ਤਕਲੀਫ ਜ਼ਿਆਦਾ ਹੋ ਰਹੀ ਹੈ, ਤਾਂ ਇਮੀਡੀਏਟਲੀ ਨੇੜੇ ਦੇ ਆਪਣੇ ਹਸਪੀਟਲ ਦੇ ਨਾਲ ਸੰਪਰਕ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਅਸੀਂ ਟਾਈਮ ਸਿਰ ਹਸਪੀਟਲ ਲਿਜਾ ਕੇ ਸਹੀ ਟ੍ਰੀਟਮੈਂਟ ਦੇ ਸਕੀਏ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਇਹਦੇ ਨਾਲ ਹੀ ਅਸੀਂ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਹੈਗੀਆਂ ਉਹ ਬਚਾਉਣ 'ਚ ਕਾਮਯਾਬ ਹੋ ਜਾਵਾਂਗੇ। ਉਹ ਬਚਾ ਸਕਦੇ। ਬਿਲਕੁਲ ਠੀਕ ਹੈ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਇਹ ਮੌਜੂਦਾ ਸਥਿਤੀ ਪੰਜਾਬ ਦੀ ਇਹਨਾਂ ਨੇ ਦੱਸਤੀ ਕਿ ਮੌਜੂਦਾ ਸਥਿਤੀ ਕੀ ਹੈ। ਇਸ ਗੱਲ ਤੋਂ ਹਲੇ ਤੱਕ ਤਾਂ ਇਨਕਾਰ ਕੀਤਾ ਜਾ ਰਿਹਾ ਕਿ ਕਿਸੇ ਵੀ ਤਰ੍ਹਾਂ ਦਾ ਵੀਕਐਂਡ ਲਾਕਡਾਊਨ ਜਾਂ ਪਾਰਸ਼ਲ ਲਾਕਡਾਊਨ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਹਲੇ ਨਹੀਂ ਕੀਤਾ ਜਾਏਗਾ। ਹਲੇ ਅਜਿਹੀ ਸਥਿਤੀ ਨਹੀਂ ਹੈ, ਪਰ ਮੌਤ ਦਰ ਜਿਹੜੀ ਲਗਾਤਾਰ ਵੱਧ ਰਹੀ ਹੈ ਪੰਜਾਬ ਦੇ ਵਿੱਚ, ਪੂਰੇ ਹਿੰਦੁਸਤਾਨ ਦੇ ਵਿੱਚੋਂ, ਪੂਰੇ ਭਾਰਤ ਦੇ ਵਿੱਚੋਂ ਸਭ ਤੋਂ ਵੱਧ ਮੌਤ ਦਰ ਜਿਹੜੀ ਹੈਗੀ ਹੈ ਉਹ ਪੰਜਾਬ ਦੀ ਹੈਗੀ ਹੈ। ਉਸ ਦਾ ਇੱਕ ਕਾਰਨ ਡਾਕਟਰ ਸਾਹਿਬ ਨੇ ਇਹ ਦੱਸਿਆ ਕਿ ਲੇਟ ਆਉਂਦੇ ਨੇ ਲੋਕ ਸਾਡੇ ਕੋਲ, ਲੋਕ ਜੂਝਦੇ ਰਹਿੰਦੇ ਨੇ ਬਿਮਾਰੀ ਨਾਲ, ਘਰ ਬੈਠੇ ਰਹਿੰਦੇ ਨੇ, ਗੋਲੀਆਂ ਖਾਂਦੇ ਰਹਿੰਦੇ ਨੇ, ਪਰ ਉਹ ਉੱਥੇ ਤੱਕ ਪਹੁੰਚਦੇ ਨਹੀਂ ਜਦ ਤੱਕ ਉਹਨਾਂ ਦੀ ਬਿਮਾਰੀ ਕਾਬੂ ਆ ਜਾਏ। ਇਸ ਕਰਕੇ ਬੜੀ ਅਪੀਲ ਹੈ ਲੋਕਾਂ ਨੂੰ ਬਚਾ ਰੱਖਿਆ ਜਾਵੇ। ਜੇਕਰ ਤੁਹਾਨੂੰ ਕਰੋਨਾ ਪੋਜ਼ਿਟਿਵ ਤੁਸੀਂ ਹੋ ਵੀ ਜਾਂਦੇ ਹੋ ਤਾਂ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ, ਹਸਪਤਾਲ ਤੱਕ ਰਾਬਤਾ ਕਾਇਮ ਜ਼ਰੂਰ ਕਰੋ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਸਾਡੇ ਨਾਲ ਮੌਜੂਦ ਸੀ ਗੁਰਿੰਦਰਬੀਰ ਸਿੰਘ ਜੀ, ਡਾਇਰੈਕਟਰ ਨੇ ਹੈਲਥ ਡਿਪਾਰਟਮੈਂਟ ਪੰਜਾਬ ਦੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।